हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाय। डंडोत बंदन अनेक बार, सर्व कला समरथ डोलन ते राखो प्रभु। नानक देह कर हथ। पावन पवित्र हजूरी अंदर धन गुरु नानक सेवक जथा जो हर साल सतगुरां दी असीस लैन लई आप संगत दी सेवा कर लई गुरु शब्द कीर्तन प्रचार और प्रसार वास्ते यत्नशील रहिंदा है। इस वरे दे गुरमत समागमां दी लड़ी विच आप जी अज पहले दीवान दी हाज़री भर रहे हो। सन्मानयोग भाई रविंदर सिंह जी हजूरी कीर्तनीय श्री दरबार साहिब अमृतसर आप जी नूं कीर्तन सरवण करा रहे सन। भाई साहब जी ने जो शब्द आपां नूं सरवण कराए, पहला बचन धुर की बाणी आई, तिन सगली चिंत मिटाई। दूसरा बचन आवहो सिख सत गुरु के प्यारे हो, गावहो सच्ची बाणी। तीसरा बचन सी संतां के कारज आप खलोया, हर काम करावण आया राम। समाप्ति ते नित उठ गावो प्रभ की बाणी। चार शब्दां दा आपां कीर्तन सरवण कीता है और मैनूं पता है इस समागम विच एक एक मिनट बहुत कीमती हुंदा है। आओ जो भाई साहब ने गायन करके सानू सुनाया है ते ज़्यादा इन्हां दा जिहड़ा अज कीर्तन दा सबजैक्ट सी, विशा सी, प्रकरण सी, वो सतगुरां दी बाणी सी। उस नूं आप जी दे सन्मुख बेनती कर सकां, क्योंकि शब्द मेरे ठेठ पंजाबी दे ने। मैं यतन करांगा बड़े सरल शब्द वरतां। वैसे ये सरल शब्द ही हुंदे सन, पर जदों असीं अपनी बोली भुल जाइए, भुलन तो बाद अपनी माँ बोली ही कठन लगन लग पैंदी है। शब्द बड़े सरल ने, वो शब्द जिहड़े गुरबाणी च सतगुरां ने वरते ने, क्योंकि कथा विचार टिका दा विशा है। भाई साहब कीर्तन कर रहे सन। साडे सतगुरां दे दरबार विच गुरु ग्रंथ साहिब दा प्रकाश जिथे है, उत्थे पाठ, कीर्तन, कथा ते वखियान, ये चार शब्द वखरे वखरे ने। कथा ते वखियान। संध्या वेले ढाडी साहिब ते कविशर भी गुरु सिफत विच हाज़र हुंदे ने ते हो रहे ने अजकल भी दीवाना विच। पर खास करके एक पाठ, दूसरा कीर्तन ते तीसरी कथा। इस संबंधी एक बेनती करके आपां फतेह बुला के आरंभ करांगे जी। गुरु अर्जन साहिब जी ने पूछा सी कीर्तन पाठ ते कथा। महाराज जी ने बड़ा प्यारा उत्तर दिता। कहन लगे पाठ इस तरह है कि जिवें कूप दा नीर होवे, खूह दा पानी होवे। कीर्तन इस तरह है कि जिवें बदल चढ़ के आवे
ਤੇ ਮੋਹਲੇ ਧਾਰ ਬਰਸਾਤ ਹੋਵੇ। ਆਪਾਂ ਲਓ ਸਾਰੇ ਸਮਝ ਰਹੇ ਹਾਂ ਨਾ ਜੀ, ਇਹ ਪੂਰਾ ਜ਼ਬਰਦਸਤ ਮੀਂਹ ਪਏ। ਤੇ ਕਥਾ ਕਹਿਣ ਲੱਗੇ, ਕਥਾ ਇਸ ਤਰ੍ਹਾਂ ਹੈ ਕਿ ਜ਼ਮੀਨ ਵਾਹੀ ਹੋਵੇ ਤੇ ਬੱਦਲ ਟਿਕ ਜਾਏ ਤੇ ਐਸਤਾ ਨਿੱਕੀਆਂ ਨਿੱਕੀਆਂ ਕਣੀਆਂ, ਜਿਹਨੂੰ ਅਸੀਂ ਕਹਿੰਦੇ ਸਾਂ ਝੜੀ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਝੜੀ ਸ਼ਬਦ ਆਇਆ ਹੈ। ਊਨਵ ਆਇਆ ਵਰਸ਼ਾ ਲਾਏ ਝੜੀ। ਮੈਂ ਤਾਂ ਕਿਹਾ ਸ਼ਬਦ ਮੈਂ ਪੰਜਾਬੀ ਦੇ ਉਹ ਬੋਲਾਂਗਾ ਜੋ ਗੁਰੂ ਗ੍ਰੰਥ ਸਾਹਿਬ ਦੀ ਵਕੈਬਲਰੀ 'ਚ ਝੜੀ ਲੱਗ ਜਾਏ। ਇੱਕ ਇੱਕ ਬੂੰਦ ਉਸ ਮਿੱਟੀ ਵਿੱਚ ਰੱਜ ਜਾਂਦੀ ਸੀ। ਫਿਰ ਬੇਨਤੀ, ਪਾਠ ਖੂਹ ਦਾ ਪਾਣੀ ਕਿਉਂ ਕਿਹਾ? ਮੈਂ ਪਾਠ ਕਰ ਰਿਹਾ ਤੇ ਜਿਵੇਂ ਖੂਹ ਦਾ ਪਾਣੀ ਕੁਝ ਖੇਤਾਂ ਤੱਕ ਸੀਮਿਤ ਹੈ, ਪਾਠ ਕਰਦਿਆਂ ਮੈਨੂੰ ਫਾਇਦਾ ਹੋ ਰਿਹਾ, ਦੋ ਸਰੀਰ ਜਿਹੜੇ ਸਮਝਣਗੇ ਉਹਨਾਂ ਨੂੰ ਫਾਇਦਾ ਹੋ ਰਿਹਾ। ਕਹਿਣ ਲੱਗੇ ਕੀਰਤਨ ਇਸ ਤਰ੍ਹਾਂ ਜਿਵੇਂ ਬਰਸਾਤ ਹੁੰਦੀ ਹੋਵੇ। ਸ਼ਬਦ ਕਿਉਂਕਿ ਸੰਗੀਤ ਨਾਲ ਮਿਲ ਗਿਆ ਹੈ। ਯਾਦ ਰੱਖਿਓ, ਸੰਗੀਤ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸ ਬ੍ਰਹਿਮੰਡ ਦੀ ਬੋਲੀ ਹੈ ਸੰਗੀਤ। ਮੈਂ ਬੇਨਤੀ ਕਰਾਂਗਾ, ਜਦੋਂ ਸ਼ਬਦ ਸੰਗੀਤ ਵਿੱਚ ਰਾਗ ਵਿੱਚ ਪਾ ਕੇ ਗਾਇਆ ਜਾਂਦਾ ਹੈ ਤੇ ਅਸਰ ਵੱਖਰਾ ਹੋ ਜਾਂਦਾ ਹੈ। ਇਹ ਹੈ ਮੋਹਲੇ ਧਾਰ ਬਰਸਾਤ। ਤੇ ਕਥਾ ਹੋਵੇ ਸ਼ਬਦ ਦੀ, ਦਵੈਸ਼ ਦੀ ਨਹੀਂ। ਕਥਾ ਇਸ ਤਰ੍ਹਾਂ ਜਿਵੇਂ ਬੱਦਲ ਟਿਕ ਜਾਏ ਤੇ ਨਿੰਮੀ ਨਿੰਮੀ ਬਾਰਿਸ਼, ਅਰਥ ਹੁੰਦੇ ਹੋਣ, ਉਹ ਧੁਰ ਅੰਦਰ ਅਰਥ ਵਸ ਜਾਂਦੇ ਨੇ। ਇਹ ਗੱਲ ਹੋਰ ਸੁਣਿਓ, ਬੇਨਤੀ ਹੈ ਕਿ ਉੱਥੇ ਫਿਰ ਮਹਾਰਾਜ ਨੇ ਇੱਕ ਹੋਰ ਬਚਨ ਕਿਹਾ, ਧਿਆਨ ਨਾਲ ਸੁਣਿਓ। ਕਹਿਣ ਲੱਗੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ। ਇਹ ਭਗਤ ਮਾਲ ਹੈ ਜੀ, ਸਿੱਖਾਂ ਦੇ ਵਿੱਚ ਲਿਖਿਆ, ਕਥਾ ਮਾਂ ਹੈ ਕੀਰਤਨ ਪੁੱਤਰ ਹੈ। ਕਹਿਣ ਲੱਗੇ ਜਿਵੇਂ ਸੰਤਾਨ ਨਾਲ ਮਾਂ ਸੋਭਦੀ ਹੈ, ਇਸੇ ਤਰ੍ਹਾਂ ਕਥਾ ਵੀ ਕੀਰਤਨ ਨਾਲ ਸੋਭਦੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਥਾ ਨੂੰ ਮਾਂ ਕਹਿ ਦਿੱਤਾ, ਕੀਰਤਨ ਨੂੰ ਪੁੱਤਰ ਕਹਿ ਦਿੱਤਾ, ਪਰ ਕਥਾ ਦਾ ਭਰਤਾ ਪਤੀ ਕੌਣ ਹੈ? ਕੀਰਤਨ ਦਾ ਪਿਤਾ ਕੌਣ ਹੈ? ਕਿਉਂਕਿ ਜਿਹੜਾ ਕਥਾ ਦਾ ਭਰਤਾ ਹੋਵੇਗਾ ਉਹ ਹੀ ਕੀਰਤਨ ਦਾ ਪਿਤਾ। ਉੱਥੇ ਸਤਿਗੁਰਾਂ ਨੇ ਬਹੁਤ ਪਿਆਰਾ ਕਿਹਾ, ਕਹਿਣ ਲੱਗੇ ਸਿੱਖੋ, ਕਥਾ ਮਾਂ ਦੀ ਤਰ੍ਹਾਂ ਹੈ, ਕੀਰਤਨ ਪੁੱਤਰ ਦੀ ਤਰ੍ਹਾਂ ਹੈ। ਸੱਚ ਏਵੇਂ ਕਥਾ ਦਾ ਭਰਤਾ ਤੇ ਕੀਰਤਨ ਦਾ ਪਿਤਾ, ਉਹਦਾ ਨਾਮ ਪ੍ਰੇਮ ਹੈ। ਜਿੱਥੇ ਪ੍ਰੇਮ ਹੋਵੇਗਾ ਕੀਰਤਨ ਵੀ ਸਵੀਕਾਰ ਹੈ ਤੇ ਕਥਾ ਵੀ ਸਵੀਕਾਰ ਹੈ। ਸਤਿਗੁਰੂ ਪ੍ਰਤੀ ਪ੍ਰੇਮ। ਭਾਈ ਸਾਹਿਬ ਨੇ ਪ੍ਰਕਰਨ ਰੱਖਿਆ ਜੀ ਬਾਣੀ ਦਾ, ਤੇ ਮੈਂ ਭਾਈ ਸਾਹਿਬ ਨਾਲ ਘਰੋਂ ਵੀ ਗੱਲ ਕੀਤੀ ਸੀ। ਇੱਛਾ ਹੁੰਦੀ ਹੈ ਵੀ ਆਪ ਸੁਣਨ ਵਾਸਤੇ ਆਇਓ। ਸਾਡੀ ਸਤਿਗੁਰਾਂ ਨੇ ਸੇਵਾ ਲਾ ਦਿੱਤੀ ਆਪ ਜੀ ਨੂੰ ਸੁਣਾਉਣ ਦੇ ਲਈ, ਪਰ ਆਪ ਕਰੋ ਕਿਰਪਾ। ਮੈਂ ਸਮੇਂ ਵਿੱਚ ਰਹਾਂਗਾ ਬਿਲਕੁਲ। ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਜਿਹੜੇ ਆਪਾਂ ਸਰਵਣ ਕੀਤੇ, ਭਾਈ ਸਾਹਿਬ ਨੇ ਪਹਿਲਾ ਸ਼ਬਦ ਗਾਇਨ ਕੀਤਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਫਿਰ ਸੰਤਾਂ ਕੇ ਕਾਰਜ ਆਪ ਖਲੋਇਆ, ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਜਦੋਂ ਦਰਸ਼ਨ ਕਰਨੇ ਆ, ਬਾਣੀ ਦੇ ਲਫ਼ਜ਼ੀ ਅਰਥ ਵੈਸੇ ਆਵਾਜ਼ ਨੇ। ਸੰਸਕ੍ਰਿਤ ਵਿੱਚ ਸ਼ਬਦ ਹੈ ਵਾਣੀ, ਪੰਜਾਬੀ ਵਿੱਚ ਸ਼ਬਦ ਸਤਿਗੁਰਾਂ ਨੇ ਗੁਰਮੁਖੀ ਵਿੱਚ ਬਣਾ ਦਿੱਤਾ ਬਾਣੀ। ਵਾਵੇ ਦੀ ਥਾਂ ਬੱਬਾ ਵਰਤਿਆ, ਬਾਣੀ। ਇੱਥੇ ਸ਼ਬਦ ਹੈ ਬਾਣੀ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਬਾਣੀ ਵੀ ਹੁੰਦਾ ਹੈ। ਬਾਣੀ ਸੱਚ ਵੀ ਹੈ ਤੇ ਬਾਣੀ ਝੂਠ ਵੀ ਹੈ। ਇਸ ਸ਼ਬਦ ਨੂੰ ਫਿਰ ਆਪ ਜੀ ਧਿਆਨ ਨਾਲ ਸੁਣਿਓ। ਬਾਣੀ ਦਾ ਅਰਥ ਆਵਾਜ਼। ਹੁਣੇ ਭਾਈ ਸਾਹਿਬ ਜਦੋਂ ਗਾ ਰਹੇ ਸਨ ਗੁਰੂ ਅਮਰਦਾਸ ਜੀ ਦੇ ਬਚਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਅੱਗੇ ਸੀ ਗਾਵੋ ਸੱਚੀ ਬਾਣੀ। ਇਹਦਾ ਮਤਲਬ ਬਾਣੀ ਸੱਚੀ ਗਾਓ। ਇਸ ਪੌੜੀ ਤੋਂ ਬਾਅਦ ਜਦੋਂ ਅਸੀਂ ਅਗਲੀ ਪੌੜੀ ਪੜ੍ਹਦੇ ਹਾਂ ਆਨੰਦ ਸਾਹਿਬ ਦੀ, ਉਹਦੇ ਵਿੱਚ ਸਤਿਗੁਰਾਂ ਨੇ ਫਰਮਾਇਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਇਹਦਾ ਮਤਲਬ ਬਾਣੀ ਸ਼ਬਦ ਸੱਚ ਨਾਲ ਵੀ ਜੁੜਦਾ ਤੇ ਬਾਣੀ ਸ਼ਬਦ ਕੱਚ ਨਾਲ ਵੀ ਜੁੜਦਾ ਹੈ। ਬਾਣੀ ਸੱਚੀ ਵੀ ਹੈ ਤੇ ਬਾਣੀ ਕੱਚੀ ਦਾ ਅਰਥ ਆਪਾਂ ਕਰਨੇ ਆ ਝੂਠੀ ਵੀ ਹੈ। ਉਂਝ ਥੋੜੀ ਜਿਹੀ ਬੇਨਤੀ ਹੈ ਜੀ, ਅਸੀਂ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ। ਮੈਂ ਰਾਤ ਵੀ ਕਰਜ਼ ਕੀਤੀ ਨਿਊਯਾਰਕ,
ਸ਼ਬਦ ਗੁਰੂ ਹੈ। ਸਾਰੇ ਅਸੀਂ ਕਹਿੰਦੇ ਹਾਂ, ਜਦੋਂ ਅਸੀਂ ਕਥਾ ਸ਼ੁਰੂ ਕਰਨੇ ਅਸੀਂ ਲਫ਼ਜ਼ ਇਹ ਵਰਤਨੇ ਹਾਂ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧਿਆਨ ਨਾਲ ਥੋੜ੍ਹਾ ਸੁਣਿਓ, ਜਿਹੜੇ ਗੁਰਸਿੱਖ ਸਹਿਜ ਪਾਠ ਕਰਦੇ ਹੋਣਗੇ ਉਹ ਮੇਰੀ ਬੇਨਤੀ ਬੜੀ ਆਸਾਨੀ ਨਾਲ ਸਮਝਣਗੇ। ਸਾਡੀ ਇੱਕ ਮੁਸ਼ਕਲ ਹੈ, ਉਹ ਇਹ ਹੈ, ਅਸੀਂ ਜੇ ਗੁਰਬਾਣੀ ਦਾ ਅਭਿਆਸ ਨਹੀਂ ਕਰਾਂਗੇ ਨਾ, ਤੇ ਯਾਦ ਰੱਖਿਓ ਸ਼ਬਦਾਂ ਦੇ ਅਰਥ ਜਦੋਂ ਹੁੰਦੇ ਹੋਣਗੇ ਕਈ ਵਾਰੀ ਸਾਡੇ ਸਿਰ ਤੋਂ ਨਿਕਲ ਜਾਂਦੇ ਆ, ਫਿਰ ਅਸੀਂ ਸੋਚਦੇ ਹਾਂ ਪਤਾ ਨਹੀਂ ਕੀ ਘੰਟਾ ਬੋਲ ਕੇ ਚਲੇ ਗਏ। ਅਸਲ 'ਚ ਕਾਰਨ ਇਹ ਨਹੀਂ ਕੀ ਬੋਲ ਕੇ ਨਹੀਂ, ਕਿਉਂਕਿ ਸਾਡਾ ਅਭਿਆਸ ਨਹੀਂ। ਜੇ ਹੁਣ ਮੈਂ ਆਨੰਦ ਸਾਹਿਬ ਦੀ ਤੁਕ ਬੋਲੀ, ਆਪਨੇ ਸਭ ਨੇ ਪੜ੍ਹਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਜਿਹੜੇ ਨਿਤਨੇਮ ਕਰਦੇ, ਤੇ ਜੇ ਆਪਾਂ ਆਪ ਖੁਦ ਗੁਰਬਾਣੀ ਦਾ ਅਭਿਆਸ ਕਰਾਂਗੇ ਨਾ, ਫਿਰ ਯਾਦ ਰੱਖਿਓ ਕਥਾ ਦੁਐਸ਼ ਨਹੀਂ ਹੁੰਦੀ, ਫਿਰ ਕਥਾ ਹੀ ਕੀਰਤਨ ਦਾ ਰੂਪ ਧਾਰਨ ਕਰ ਜਾਂਦੀ ਹੈ, ਕਥਾ ਹੀ ਸਿਮਰਨ ਦਾ ਰੂਪ ਧਾਰਨ ਕਰ ਜਾਂਦੀ ਹੈ। ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਆਪ ਨਾਲ ਆਰੰਭ 'ਚ ਕਰਨੀਆਂ ਨੇ। ਬਾਣੀ ਜਿਹੜੀ ਹੈ, ਮੈਂ ਅਰਜ਼ ਕੀਤੇ, ਇਹਦੇ ਲਫ਼ਜ਼ੀ ਅਰਥ ਆਵਾਜ਼ ਹੈ, ਇਹ ਸੱਚ ਵੀ ਹੈ ਤੇ ਇਹ ਕੱਚ ਵੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦੀ ਬੜੀ ਮਹਾਨਤਾ ਹੈ। ਥੋੜ੍ਹੇ ਜਿਹੇ ਬਚਨ ਨੇ, ਆਪਾਂ ਸਾਰੇ ਕਹਿੰਦੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਬਚਨ, ਇਹ ਜਿਹੜਾ ਸਿੱਧ ਗੋਸ਼ਟ ਵਿੱਚ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਸਿੱਧ ਕਹਿੰਦੇ ਆ, ਮਹਾਰਾਜ ਜੀ ਨੂੰ ਪੁੱਛਦੇ ਆ ਤੇਰੇ ਗੁਰੂ ਦਾ ਨਾਮ ਕੀ? ਸਤਿਗੁਰੂ ਉੱਤਰ ਦਿੰਦੇ ਆ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਫਿਰ ਅਰਥ ਧਿਆਨ ਨਾਲ ਸੁਣਿਓ, ਸ਼ਬਦ ਗੁਰੂ ਹੈ ਤੇ ਸ਼ਬਦ ਦੀ ਧੁਨ ਵਿੱਚ ਸੁਰਤ ਦਾ ਜੁੜ ਜਾਣਾ, ਇਹ ਅਸਲ 'ਚ ਚੇਲਾਪਨ ਹੈ। ਇਹਦਾ ਮਤਲਬ ਅਭਿਆਸ ਹੈ ਕਿ ਸ਼ਬਦ ਦੀ ਜਿਹੜੀ ਧੁਨੀ ਹੈ, ਨਾਦ ਹੈ, ਉਹਦੇ ਵਿੱਚ ਸੁਰਤ ਜੁੜ ਜਾਣੀ, ਉਸ ਧੁਨੀ ਨੂੰ ਸੁਣ ਲੱਗ ਪਏ ਤੇ ਮਹਾਰਾਜ ਕਹਿੰਦੇ ਉਦੋਂ ਹੀ ਚੇਲਾ ਬਣਦਾ ਹੈ। ਥੋੜ੍ਹੀਆਂ ਜਿਹੀਆਂ ਬੇਨਤੀਆਂ ਜੀ। ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਲਫ਼ਜ਼ ਹੈ, ਇਹ ਕਈ ਅਰਥਾਂ 'ਚ ਆਇਆ ਹੈ। ਜਿਹੜੇ ਪਾਠ ਕਰਦੇ ਸੱਜਣ ਨੂੰ ਬੜਾ ਮੈਂ ਅਰਜ਼ ਕੀਤੀ, ਸੌਖਾ ਸਮਝਣਗੇ। ਇੱਕ ਤਾਂ ਸ਼ਬਦ ਦਾ ਅਰਥ ਹੈ ਆਵਾਜ਼, ਇੱਕ ਸ਼ਬਦ ਦਾ ਅਰਥ ਹੈ ਕਰੈਕਟਰ, ਇੱਕ ਸ਼ਬਦ ਦਾ ਅਰਥ ਹੈ ਹੁਕਮ, ਇੱਕ ਸ਼ਬਦ ਦਾ ਅਰਥ ਹੈ ਪਰਮਾਤਮਾ, ਇੱਕ ਸ਼ਬਦ ਦਾ ਅਰਥ ਹੈ ਕਿ ਅਭਿਆਸ ਕਰਕੇ ਅੰਦਰ ਅਨਹਦ ਨਾਦ ਚੱਲ ਪੈਣਾ। ਆਪ ਸਾਰੇ ਰੋਜ਼ ਸ਼ਬਦ ਪੜ੍ਹਦੇ ਹੋ। ਹੁਣ ਦੇਖੋ, ਇੱਕ ਬਚਨ ਆਪ ਜੀ ਰੋਜ਼ ਪੜ੍ਹਦੇ ਹੋ, ਜਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਧਾਓ ਭਾਂਡਾ ਪਾਓ ਅੰਮ੍ਰਿਤ ਢਾਲ। ਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਆਪ ਜੀ ਦੇ ਸਮਾਗਮ 'ਚ ਇਸ ਪੌੜੀ ਦੀ ਕਥਾ ਕੀਤੀ ਸੀ ਸਾਰੇ ਦੀਵਾਨ 'ਚ, ਸ਼ਾਇਦ ਆਪ ਨੂੰ ਪਤਾ ਹੋਣਾ, ਸੇਵਾਦਾਰਾਂ ਨੂੰ ਮੈਂ ਉਦੋਂ ਆਇਆ ਸੀ, ਉਹਦੇ ਇਸ ਪੌੜੀ ਦੇ ਆਪਾਂ ਅਰਥ ਕੀਤੇ। ਮਹਾਰਾਜ ਜੀ ਨੇ ਉੱਥੇ ਸੋਨਾ ਘੜਨ ਦਾ ਜ਼ਿਕਰ ਕੀਤਾ, ਪਰ ਜਦੋਂ ਕਹਿੰਦੇ ਨੇ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਢਾਲ, ਅੱਗੇ ਹੈ ਘੜੀ ਹੈ ਸ਼ਬਦ ਸੱਚੀ ਟਕਸਾਲ। ਉੱਥੇ ਸ਼ਬਦ ਦਾ ਅਰਥ ਜੀਵਨ, ਸ਼ਬਦ ਦਾ ਅਰਥ ਕਰੈਕਟਰ, ਕਿ ਜਿਵੇਂ ਡਲੀ ਨਾਲੋਂ ਥੈਲੀ ਸ਼ਬਦ ਵਰਤਿਆ ਗੁਰੂ ਗ੍ਰੰਥ ਸਾਹਿਬ ਨੇ, ਕਿ ਇੱਕ ਸੋਨੇ ਦੀ ਡਲੀ ਨੂੰ ਢਾਲ ਕੇ ਗਹਿਣਾ ਘੜਿਆ ਜਾਂਦਾ ਹੈ। ਜਿਸ ਬੰਦੇ ਦੀ ਜ਼ਿੰਦਗੀ 'ਚ 7 ਗੁਣ ਆ ਜਾਣਗੇ, ਜਤ ਦਾ, ਧੀਰਜ ਦਾ, ਅਡੋਲ ਮਤ ਦਾ, ਗਿਆਨ ਦਾ, ਤਪੱਸਿਆ ਦਾ, ਪ੍ਰੇਮ ਦਾ, ਭੈ ਦਾ, ਕਹਿੰਦੇ ਉਹਦਾ ਅਸਲ ਜਿਵੇਂ ਸੋਨਾ ਘੜਿਆ ਜਾਂਦਾ ਇਹਨਾਂ ਚੀਜ਼ਾਂ ਨਾਲ, ਜੇ 7 ਦੈਵੀ ਗੁਣ ਆ ਜਾਣਗੇ ਨਾ, ਉਹਦਾ ਸ਼ਬਦ ਰੂਪੀ ਜੀਵਨ ਘੜਿਆ ਜਾਏਗਾ। ਇੱਥੇ ਸ਼ਬਦ ਦਾ ਅਰਥ ਹੋ ਗਿਆ ਜੀਵਨ। ਇੱਕ ਸਤਿਗੁਰਾਂ ਦਾ ਬਚਨ ਅਸੀਂ ਹੋਰ ਪੜ੍ਹਨੇ, ਆਪਾਂ ਹੁਣ ਆਨੰਦ ਸਾਹਿਬ 'ਚ ਪੜ੍ਹਨੇ, ਕਰ ਕਿਰਪਾ ਕਿਲ ਵਿਖ ਕੱਟੈ ਗਿਆਨ ਅੰਜਨ ਸਾਰਿਆ। ਇਸ ਤੋਂ ਅੱਗੇ ਬਚਨ ਹੈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ। ਪਿਆਰਿਓ, ਇੱਥੇ ਸ਼ਬਦ ਦੇ ਅਰਥ ਬਦਲ ਗਏ। ਇੱਥੇ ਸ਼ਬਦ ਦਾ ਅਰਥ ਹੈ ਬੋਲ, ਉਹਨਾਂ ਦਾ ਬੋਲ, ਉਹਨਾਂ ਦਾ ਜੀਵਨ। ਮੈਂ ਫਿਰ ਇਹ ਬੇਨਤੀ ਕਰਾਂਗਾ, ਬੋਲ ਸ਼ਬਦ ਜੀਵਨ, ਇਹ ਗੱਲ ਬਣ ਗਈ, ਉਹਨਾਂ ਦਾ ਜੀਵਨ ਸਵਾਰ ਦਿੱਤਾ। ਇੱਕ ਹੋਰ ਅਰਥ, ਆਪ ਜੀ ਪਾਠ ਕਰਦੇ ਹੋ ਸੋਹਿਲਾ ਸਾਹਿਬ ਦਾ, ਮੈਂ ਵੇਖੋ ਉਹੀ ਬਾਣੀਆਂ ਲਈਆਂ ਜਿਹੜੀਆਂ ਆਪਾਂ ਰੋਜ਼ ਪੜ੍ਹਨੇ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਨ ਬਲਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅੱਗੇ ਹੈ ਅਨਹਤਾ ਸ਼ਬਦ ਵਾ ਜੰਤ ਭੇਰੀ, ਉੱਥੇ ਵੀ ਲਫ਼ਜ਼ ਸ਼ਬਦ ਆ ਗਿਆ, ਪਰ ਉੱਥੇ ਅਰਥ ਬਦਲ ਗਿਆ।
पहले शब्द का अर्थ किया जीवन, दूजे शब्द का अर्थ किया बोल, तीसरा शब्द का अनहता शब्द जिहड़ा एक रस शब्द का अभ्यास करके इन्हूं जोग मत नाल जोड़ के ने देखिए, जिहड़ा निरंतर अनहद शब्द गूंजदा पिया है। इत्थे शब्द के अर्थ बदल गए। एक होर अर्ज बाणी च एक बचन आउंदा है कि सब इक्को शब्द वरतदा जो करे सो होई। देखो उत्थे शब्द का अर्थ हुक्म, बाणी च एक बचन आउंदा उत्पत परलो शब्दे होवे, शब्दे ही फिर ओपत होवे। मैं सिर्फ अर्ज इन्नी को कीती प्यारिओ, याद रखियो आप उद्यम कर देखो, जिन्हों मैं तुसी मत्था टेकने आ, ये सच्चे पातशाह की बाणी केवल संसारी साडे कर्म करने वास्ते नहीं कि जन्म होया वो करने ने, जवच्चे का नाम रखना है, विआह करना है तो असीं बाणी का सहारा लेना है, मौत हो जाए तो कीर्तन का सहारा लेना है। पर मैं अर्ज करांगा गुरबाणी दरअसल वो रहमत है जिहड़ी ए शरीर नाल कमावांगे, शरीर छड्डण तो बाद भी शब्द की कदी मौत नहीं हुंदी। फिर अर्ज है थोड़ा सुनियो, इस सारी बेनती में समय विच रहना है, समा मैं उलंघना नहीं करनी। हुण शब्द देखो मैं वरत्या कि उत्पत परलो शब्द होवे, सब इक्को शब्द वरतदा, वो हुक्म हो गया। महाराज जी ने ये शब्द सारे वरते। याद रखो गुरु ग्रंथ साहिब की बाणी च असल च मैं रात भी अर्ज की, भाई भुपिंदर सिंह आया, पूरे गुरु ग्रंथ साहिब च हज़ारां शब्द ने, पर हैडिंग के तौर पर सरलेख के तौर पर पूरे गुरु ग्रंथ साहिब च शब्द लफ्ज़ की वरतों सिर्फ 3 वारी की गई है। बाकी किते शब्द हैडिंग नहीं आता। वो किमें है? वो शब्द है 3 वारी मारू राग च आया है। मारू राग शुरू होंदा है सलोक साजन तेरे चरण की। मैं आरंभ च कहा सी कथा करांगा, जेड़े गुरबाणी का सहज पाठ करते आ, याद रखियो उन्होंने गल मेरी बड़ी छेती समझ पैनी, जिहड़ा अभ्यास करते हैं। तो गुरबाणी फिर अर्ज है केवल रागियां भाइयां प्रचारकों लिए नहीं, चेते रखियो गुरबाणी पूरी मानवता का उद्धार करती है। मैं ये भी नहीं कहा कला सिखां दी, बाबा जी ने तो वचन कर दिता भाई, थाल विच 3 वस्तु पईओ, सत संतोख विचारो, अमृत नाम ठाकुर का पयो, जिसका सब सधारो। उत्थे नाल क्या जे को खावे, जिहड़ा इस भोजन नूं छक लै, छकन तो बाद इनू पच जाए, जे को खावे जे को भुंचै तिसका होए उधारो। थोड़ी जी बेनती है, 3 वारी शब्द मारू राग विच सरलेख आया जी। मारू राग शुरू हुंदा है साजन तेरे चरण की, खोए राह सदतूर, नानक शरण तुहारिया पेखों सदा हजूर। इस सलोक तो बाद हुंदा सस्सा बब्बा दद्दा शब्द। उत्थे महाराज जी ने शब्द की सरलेख दिता है जी। उदू पहला किते भी गुरु ग्रंथ साहिब च खैडिंग शब्द नहीं आया। श्री राग पहला शब्द है, उत्थे राग श्री राग महला पहला है। जे आप रह रस का पाठ कर रहे हैं ये जपजी साहिब तो बाद, उत्थे 100 दर राग आसा महला पहला है। पर पहली बार शब्द सरलेख सतगुरां ने मारू राग च दिता है। उत्थे शब्द अर्थे सदा पैना, उत्थे शब्द अर्थे आवाज़ आनी। महाराज जी ने बाणी च बचन किया कि शब्द है पिछो राती सदड़ा नाम खसम का ले, खेमे सतर सरैचे दिसन रत पीड़े, जिन्नी तेरा नाम ध्याया तिनको सद मिले। मैं थोड़े अर्थ कर देना जी ये। देखो हुणे भाई साहब ने कहा नित उठ गावो प्रभ की बाणी, सारे क्यों नहीं गाते रोज? गुरु साहब कहते हैं अमृत वेला सच नाओ वडियाई विचार, सारे क्यों नहीं गा रहे? महाराज जी ने कहा गुर सतगुर का जो सिख अखाए सो भलके उठ, हर नाम ध्यावै उद्यम करे भलके, प्रभाती स्नान करे अमृतसर नावै। फिर सारे क्यों नहीं उठ के जपदे पे? एक सवाल है, एक परिवार दे विच मान लो 5 जी ने, 5 उठ के थोड़ा अमृत वेले बाणी पढ़ते पे? नहीं ना। अपने घर च आप झाती मारिए, बजुर्ग उठ रहे स्नान कर रहे हैं, माता उठ रही स्नान कर रही, इक्को घर इक्को जा खाना इक्को जा बिस्तर, सारे बैठे आ। पर प्यारिओ एक रात नूं 1 बजे उठदा है, 2 बजे उठदा है, स्नान करके 3-4 बजे उठ रहा है। पर दूजा जे छुट्टी भी होवे तां क्यों सुता होया है?
ਪ੍ਰਕਾਸ਼ ਤਾਂ ਹੋ ਸਕਦਾ ਉਸ ਘਰ ਵੀ ਹੋਵੇ। ਇੱਥੇ ਮੇਰੀ ਇੱਕ ਬੇਨਤੀ ਧਿਆਨ ਨਾਲ ਸੁਣਿਓ, ਗੁਰਮੁਖੋ ਇਹਨੂੰ ਸ਼ੁਕਰਾਨੇ 'ਚ ਲੈ ਕੇ ਜਾਇਓ। ਸੱਦਾ ਕੀ ਹੈ? ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ, ਪਿੱਛੇ ਰਾਤ ਸੱਦੇ ਪੈਂਦੇ ਆ। ਇਸ ਨੂੰ ਸੁਣਿਓ ਥੋੜਾ ਜਿਹਾ ਜੀ। ਗੁਰੂ ਗ੍ਰੰਥ ਸਾਹਿਬ ਸੱਦੇ ਲਫ਼ਜ਼ ਦੇ ਬਹੁ ਅਰਥ ਨੇ। ਇੱਕ ਸੱਦਾ ਦਾ ਅਰਥ ਹੈ ਮੌਤ ਦੀ ਸੱਦ, ਰਾਮਕਲੀ ਸੱਦ ਅਸੀਂ ਪੜ੍ਹਨੇ ਆ। ਇੱਕ ਸੱਦ ਦਾ ਅਰਥ ਹੈ ਆਵਾਜ਼ ਤੇਰਾ ਸੱਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਜਿਹੜੇ ਸੱਜਣ ਇਹ ਪੇਂਡੂ ਕਲਚਰ ਤੋਂ ਜਾਣੂ ਨੇ, ਬਜ਼ੁਰਗਾਂ ਨੂੰ ਪਤਾ ਹੋਣਾ, ਸ਼ਾਇਦ ਹੋ ਸਕਦਾ ਸ਼ਹਿਰਾਂ 'ਚ ਵੀ ਹੋਵੇ, ਜਿਹੜੇ ਸਾਡੇ ਪੰਜਾਬ ਦੇ ਕਲਚਰ ਤੋਂ ਜਾਣੂ ਨੇ, ਉਹ ਮੇਰੀ ਗੱਲ ਫਿਰ ਧਿਆਨ ਨਾਲ ਸੁਣਿਓ। ਇਹ ਸੱਦੜਾ ਕੀ ਹੈ? ਪਿੱਛੇ ਰਾਤ ਮਹਾਰਾਜ ਨੇ ਸ਼ਬਦ ਲਿਖਿਆ ਸੱਦੜੇ ਪੈਂਦੇ। ਅਸਲ 'ਚ ਕੀ ਹੈ ਤੁਹਾਨੂੰ ਪਤਾ ਹੋਣਾ, ਜਦੋਂ ਪਿੰਡਾਂ ਵਿੱਚ ਵਿਆਹ ਹੁੰਦੇ ਸਨ, ਫਿਰ ਸ਼ਹਿਰਾਂ 'ਚ ਵੀ ਹੁੰਦਾ ਰਿਹਾ ਪਹਿਲਾਂ, ਜਿਸ ਘਰ ਵਿੱਚ ਵਿਆਹ ਹੁੰਦਾ ਸੀ ਉਸ ਘਰ ਵਿੱਚ ਲਾਗੀ ਜਿਹੜਾ ਹੈ, ਲਾਗੀ ਸ਼ਬਦ ਸਮਝਦੇ ਆਪਾਂ, ਮੇਰਾ ਬਹੁਤ ਘੱਟ ਸਮਝਦੇ ਹੁੰਦੇ ਨੇ, ਜਿਹੜਾ ਮੈਸੇਜ ਕਨਵੇ ਕਰਦਾ ਹੁੰਦਾ ਸੀ ਪਿੰਡ 'ਚ, ਉਹਨੂੰ ਦੱਸਿਆ ਜਾਂਦਾ ਸੀ ਵੀ ਬੇਟੇ ਦਾ ਵਿਆਹ ਹੈ ਅਤੇ ਆਹ ਪਿੰਡ ਦੇ ਘਰਾਂ ਵਿੱਚ ਤੁਸੀਂ ਸੱਦਾ ਦੇ ਕੇ ਆਉਣਾ ਵੀ ਸਾਡੇ ਘਰ ਰਾਤ ਨੂੰ ਬੀਬੀਆਂ ਨੇ ਗਾਉਣ ਆਉਣਾ ਹੈ। ਯਾਦ ਰੱਖਿਓ ਉਸ ਵਕਤ ਬੀਬੀਆਂ ਗਾਉਣ ਹੁੰਦੀਆਂ ਸਨ। ਮੈਂ ਫਿਰ ਅਰਜ਼ ਕਰਾਂਗਾ, ਇਹਨੂੰ ਦੁਨਿਆਵੀ ਤੌਰ 'ਤੇ ਨਹੀਂ ਇਹਦੇ ਅਰਥ ਕਰਨੇ, ਈਵਨ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਪੰਜਾਬ ਦਾ ਫੋਕ ਸੀ ਨਾ, ਉਹਦੇ ਵਿੱਚ ਵੀ ਗੁਰੂ ਨੇ ਬਾਣੀ ਪਰੋਸ ਦਿੱਤੀ। ਘੋੜੀਆਂ ਕੀ ਹੈ? ਦੇ ਤੇਜਨ ਦੀ ਰਾਮ ਉਪਾਈਆ ਰਾਮ। ਘੋੜੀ ਦਰਅਸਲ ਪੰਜਾਬ ਦਾ ਫੋਕ ਹੈ ਜੀ। ਅਲਾਣੀਆਂ ਕੀ ਨੇ ਜਿਹੜੀਆਂ ਆਪ ਪੜ੍ਹਦੇ ਹੋ? ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਇਹ ਵੀ ਤਾਂ ਪੰਜਾਬ ਦਾ ਫੋਕ ਹੀ ਹੈ ਨਾ। ਉਹਨਾਂ ਨੇ ਕਹਿਣਾ ਵੀ ਇਹਨਾਂ ਘਰਾਂ 'ਚ ਸੱਦੇ ਦੇ ਕੇ ਆਓ। ਉਹ ਕੋਈ ਬੀਬੀਆਂ ਸਿਖਾਈਆਂ ਹੋਈਆਂ ਥੋੜ੍ਹਾ ਸਨ, ਕੋਈ ਪ੍ਰੋਫੈਸ਼ਨਲ ਥੋੜ੍ਹਾ ਬੀਬੀਆਂ ਗਾਉਂਦੀਆਂ ਸਨ। ਕੰਮ ਕਾਰ ਕਰਨ ਵਾਲੀਆਂ ਸਾਰਾ ਦਿਨ ਕੰਮ ਕਰ ਲੈਣਾ, ਜਦੋਂ ਸ਼ਾਮ ਨੂੰ ਵਿਆਹ ਵਾਲੇ ਘਰ ਆਉਣਾ ਅੱਧੀ ਰਾਤ ਤੱਕ ਗਾਈ ਜਾਣਾ। ਮਹਾਰਾਜ ਨੇ ਕਿੱਡਾ ਪਿਆਰਾ ਸ਼ਬਦ ਸੱਦਾ ਹੈ ਜੀ, ਸ਼ਬਦ ਪਰਮਾਤਮਾ ਵੱਲੋਂ ਸੱਦੜੇ ਪੈਂਦੇ, ਅੱਧੀ ਰਾਤ ਤੱਕ ਗਾਈ ਜਾਣਾ। ਅਤੇ ਜੇ ਉਸੇ ਸ਼ਹਿਰ ਵਿੱਚ ਉਸੇ ਪਿੰਡ ਵਿੱਚ ਵਿਆਹ ਵਾਲੇ ਘਰ ਦੇ ਨਾਲ ਕੰਧ ਸਾਂਝੀ ਹੋਵੇ ਕਿਸੇ ਘਰ ਦੀ, ਅਤੇ ਉਹਨੂੰ ਕਿਹਾ ਜਾ ਬੀਬੀਓ ਤੁਸੀਂ ਗਾਉਣ ਨਹੀਂ ਆਈਆਂ, ਉਹ ਕਹਿੰਦੀਆਂ ਸਨ ਸਾਨੂੰ ਆਵਾਜ਼ ਤਾਂ ਆਉਂਦੀ ਰਹੀ ਪਰ ਗਾਉਂਦੀਆਂ ਕਿਉਂ? ਕਿਉਂਕਿ ਸਾਡੇ ਘਰ ਸੱਦਾ ਹੀ ਨਹੀਂ ਆਇਆ। ਸਮਝ ਗਿਆ ਨਾ ਜੀ? ਸਾਡੇ ਘਰ ਸੱਦਾ ਹੀ ਨਹੀਂ ਆਇਆ, ਅਸੀਂ ਕਿਵੇਂ ਗਾਉਣ ਆ ਜਾਂਦੀਆਂ? ਅਸੀਂ ਸੁਣਿਆ ਜ਼ਰੂਰ ਇਹਨਾਂ ਦੀ ਆਵਾਜ਼, ਪਰ ਪੈ ਗਈਆਂ, ਸਾਡੇ ਘਰ ਸੱਦਾ ਹੀ ਨਹੀਂ ਆਇਆ। ਯਾਦ ਰੱਖਿਓ, ਦੁਨਿਆਵੀ ਤੌਰ 'ਤੇ ਜਿਹਦੇ ਘਰ ਸੱਦੇ ਪੈਂਦੇ ਆ ਉਹ ਗਾਉਣ ਵਾਸਤੇ ਹੁੰਦੇ ਨੇ। ਜਿਹਦੇ ਘਰ ਅਕਾਲ ਪੁਰਖ ਦੀ ਬਾਣੀ ਦਾ ਸੱਦਾ ਹੁੰਦਾ ਹੈ ਨਾ, ਉਹ ਪਿੱਛੇ ਰਾਤ ਉੱਠ ਕੇ ਰੱਬ ਨੂੰ ਗਾਉਂਦਾ ਹੈ। ਸ਼ਬਦ ਤਾਂ ਸੱਦਾ ਹੈ ਪਰਮਾਤਮਾ ਦਾ। ਜੇ ਕੋਈ ਸਵੇਰੇ ਉੱਠਦਾ ਹੈ, ਨਿਤਨੇਮ ਕਰ ਰਿਹਾ, ਪਹਿਲਾ ਸ਼ੁਕਰਾਨਾ ਉਹ ਇਹ ਕਰੇ ਕਿ ਵਾਹਿਗੁਰੂ ਤੇਰਾ ਸ਼ੁਕਰ, ਤੂੰ ਘੱਟੋ ਘੱਟ ਮੈਨੂੰ ਸੱਦਾ ਦੇ ਕੇ ਬਾਣੀ ਪੜ੍ਹਨ ਵਾਸਤੇ ਬਿਠਾ ਦਿੱਤਾ ਹੈ। ਬਾਣੀ ਤਾਂ ਬਾਅਦ 'ਚ ਪੜ੍ਹਨੀ, ਪਹਿਲਾਂ ਉਹਦਾ ਸ਼ੁਕਰਾਨਾ ਹੈ। ਮਹਾਰਾਜ ਨੇ ਬਾਣੀ ਸ਼ਬਦ ਵਰਤਿਆ, ਪਿੱਛੋਂ ਰਾਤੀ ਸੱਦੜਾ, ਪਿੱਛੇ ਰਾਤ ਸੱਦੇ ਪੈਂਦੇ ਆ। ਨਾਮ ਖਸਮ ਕਾਲੇ ਖੇਮੇ ਛਤਰ ਸਰਾਇਚੇ ਦਿਸਣ ਰੱਥ ਪੀੜੇ। ਫਿਰ ਸੁਣਿਓ, ਇਹ ਸਾਰਾ ਸੰਬੰਧ ਸ਼ਹਿਨਸ਼ਾਹੀ ਨਾਲ ਹੈ। ਖੇਮੇ ਕਨਾਤਾਂ ਲੱਗਣੀਆਂ, ਇਹ ਚੰਦੋਵੇ ਲੱਗਣੇ। ਰੱਥ ਪੀੜੇ ਨਹੀਂ ਸਾਪਾ ਕਹਿੰਦੇ, ਰੱਥ ਪੀੜੇ ਦਾ ਅਰਥ ਰੱਥ ਨਹੀਂ ਕੱਲਾ, ਉਹਦੇ ਅੱਗੇ ਘੋੜੇ ਵੀ ਬੀੜੇ ਹੋਏ ਆ। ਸੁਣਿਓ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ ਖੇਮੇ ਛਤਰ ਸਰੈਚੇ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਉਹਨਾਂ ਨੂੰ ਸੱਦ ਕੇ ਪਰਮਾਤਮਾ ਇਹ ਦਾਤਾਂ ਦਿੰਦਾ ਹੈ। ਮੈਂ ਆਪ ਨੂੰ ਤਾਂ ਥੋੜ੍ਹੀ ਜਿਹੀ ਬੇਨਤੀ ਕੀਤੀ ਜੀ, ਜਿਹੜਾ ਸ਼ਬਦ ਹੈ ਉਹ ਬ੍ਰਹਮ ਰੂਪ 'ਚ ਹੁਕਮ ਰੂਪ 'ਚ। ਹੁਣ ਉਹ ਥੋੜ੍ਹਾ ਜਿਹਾ ਜੋ ਭਾਈ ਸਾਹਿਬ ਗਾ ਕੇ ਗਏ, ਬਾਣੀ ਕੀ ਹੈ? ਕੀ 1469 ਤੋਂ ਪਹਿਲਾਂ ਬਾਣੀ ਸੀ? ਗੁਰੂ ਨਾਨਕ ਸਾਹਿਬ ਦਾ ਆਗਮਨ 1469 ਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਅਖੀਰਲੇ ਬਾਣੀਕਾਰ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਦੀ ਸ਼ਹਾਦਤ 1675 ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ 11 ਨਵੰਬਰ 1675 ਨੂੰ ਸ਼ਹੀਦ ਕੀਤੇ ਗਏ ਦਿੱਲੀ। ਪਿਆਰਿਓ, 1469 ਤੋਂ ਪਹਿਲਾਂ ਵੀ ਇਸ ਧਰਤੀ 'ਤੇ ਬਾਣੀ ਸੀ। ਬਾਣੀ ਆਦਿ ਜੁਗਾਦੀ ਹੈ, ਬਾਣੀ ਚੌਂ ਕੁੰਟਾਂ 'ਚ ਹੈ, ਬਾਣੀ ਵੱਜੀ ਚੌਂ ਜੁਗੀ ਗੁਰਦੇਵ ਨੇ ਕਿਹਾ ਹੈ। ਫਿਰ ਸੁਣੋ,
ਨਿਮਰਤਾ ਸਹਿਤ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਰਾਤ ਵੀ ਸ਼ਾਇਦ ਕਿਹਾ 300 ਸਾਲ ਪਹਿਲਾਂ ਬੰਗਾਲ ਦੀ ਧਰਤੀ ਤੇ ਇੱਕ ਭਗਤ ਹੋਏ ਨੇ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਭਗਤ ਜੈਦੇਵ ਜੀ, ਉਹਨਾਂ ਦਾ ਜਨਮ ਸਨ 1170 ਦਾ ਹੈ, ਜਿਨ੍ਹਾਂ ਦੀ ਗੁਜਰੀ ਰਾਗ 'ਚ ਅਸੀਂ ਸੰਸਕ੍ਰਿਤ ਕਹਿੰਦੇ ਹਾਂ, ਪਰ ਦਰਅਸਲ ਉਹ ਹੈ ਸਹਿਸਕ੍ਰਿਤੀ ਹੀ। ਸੰਸਕ੍ਰਿਤ ਨਰੋਲ ਨਹੀਂ ਹੈ, ਉਹ ਸਹਿਸਕ੍ਰਿਤੀ ਰੂਪ ਹੈ। ਸਹਿਸਕ੍ਰਿਤੀ ਉਹ ਵੇ ਜਿਹੜੀ ਬੋਧਇਜ਼ਮ 'ਚ ਪਾਲੀ ਭਾਸ਼ਾ ਵਰਤੀ ਜਾਂਦੀ ਸੀ। ਆਪ ਨੂੰ ਪਤਾ ਹੋਣਾ ਗੁਰੂ ਗ੍ਰੰਥ ਸਾਹਿਬ ਵਿੱਚ ਪਾਲੀ ਵੀ ਵਰਤੀ ਗਈ ਹੈ, ਗਾਥਾ ਪਾਲੀ ਹੈ। ਪਾਲੀ ਇੱਕ ਬੋਧੀ ਜ਼ਬਾਨ ਸੀ ਉਸ ਵੇਲੇ ਜੀ। ਫਿਰ ਅਰਜ਼ ਕਰਾਂਗਾ ਜੀ, ਉੱਥੇ ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ, ਪ੍ਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ, ਇਹ ਭਗਤ ਜੈਦੇਵ ਜੀ ਦਾ ਹੈ। ਤੇ ਭਗਤ ਜੈਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 300 ਸਾਲ ਪਹਿਲਾਂ ਹੋਇਆ। ਮੈਂ 299 ਕਹਿ ਲਓ। 1469 ਨੂੰ ਹਜ਼ੂਰ ਦਾ ਆਗਮਨ ਹੈ, 1170 'ਚ ਭਗਤ ਜੈਦੇਵ ਜੀ ਨੇ। ਉਸ ਤੋਂ ਬਾਅਦ ਇੱਕ ਮਹਾਂਪੁਰਖ ਹੋਰ ਜਿਹੜੇ ਪੰਜਾਬ ਨਾਲ ਸੰਬੰਧਿਤ ਸਨ, ਮੈਂ ਥੋੜ੍ਹਾ ਜਿਹਾ ਅਰਜ਼ ਕਰਨੀ ਹੈ। ਉਹ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਏਡੇ ਵੱਡੇ ਰਾਹਬਰ ਨੇ, ਇਹ ਪੂਰੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦੇ ਆ। ਮੈਂ ਕਈ ਵਾਰੀ ਕਹਿੰਦਾ ਇਕੱਲਾ ਇਹਨਾਂ ਕੋ ਸਿੱਖਾਂ ਦਾ ਗੁਰੂ, ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦਾ ਗੁਰੂ ਹੈ। ਇਹ ਕਰੋੜਾਂ ਬ੍ਰਹਿਮੰਡਾਂ ਦੇ ਗੁਰੂ ਨੇ। ਹੁਣ ਸੁਣੋ ਧਿਆਨ ਨਾਲ ਜੀ, ਭਗਤ ਜਿਨ੍ਹਾਂ ਨੂੰ ਗੁਰਬਾਣੀ 'ਚ ਭਗਤ ਨੇ ਲਿਖਿਆ, ਉਹਨਾਂ ਲਈ ਲਫ਼ਜ਼ ਸ਼ੇਖ ਹੀ ਵਰਤਿਆ, ਸੇਖ। ਉਂਝ ਸਭ ਤੋਂ ਪਹਿਲਾਂ ਭਗਤ ਦੀ ਡੈਫੀਨੇਸ਼ਨ ਉਹਨਾਂ ਨੇ ਨਿਰਧਾਰਿਤ ਕੀਤੀ ਹੈ। ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਉਹਨਾਂ ਨੂੰ ਅਸੀਂ ਗੁਰਬਾਣੀ 'ਚ ਕਹਿੰਦੇ ਹਾਂ ਬਾਬਾ ਫਰੀਦ, ਅਸੀਂ ਆਪਣੀ ਜ਼ੁਬਾਨ ਤੋਂ ਕਹਿੰਦੇ ਹਾਂ ਬਾਬਾ ਫਰੀਦ, ਗੁਰਬਾਣੀ ਕਹਿੰਦੀ ਸ਼ੇਖ ਫਰੀਦ। ਉਂਝ ਉਹਨਾਂ ਦਾ ਮੁਕੰਮਲ ਨਾਮ ਜਿਹੜਾ ਸੀ ਉਹ ਸੀ ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਮੁਕੰਮਲ ਨਾਮ ਬਾਬਾ ਜੀ ਦਾ ਇਹ ਸੀ, ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਉਹਨਾਂ ਦਾ ਜਨਮ ਸਨ 1173 ਨੂੰ ਹੋਇਆ ਹੈ। ਉਹ ਭਗਤ ਜੈਦੇਵ ਜੀ ਤੋਂ 3 ਸਾਲ ਸਿਰਫ ਛੋਟੇ ਨੇ ਜੀ। ਪਿਆਰਿਓ, ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 296-97 ਸਾਲ ਕਹਾਂ ਪਹਿਲਾਂ ਭਗਤ ਹੋਏ ਨੇ ਫਰੀਦ ਜੀ। ਕਿੱਡੀ ਵੱਡੀ ਵਿਸ਼ਾਲਤਾ। ਬਾਬਾ ਜੀ ਨੇ ਕਿਹਾ ਕਿ ਮਤ ਸਮਝੋ ਕਿ ਬਾਣੀ 1469 ਤੋਂ ਸ਼ੁਰੂ ਹੋਈ, ਬਾਣੀ ਆਦਿ ਜੁਗਾਦੀ ਹੈ, ਤੇ ਇਹ ਹਰ ਯੁੱਗ ਵਿੱਚ ਰੱਬ ਦੀ ਬਾਣੀ ਉਚਾਰਨ ਕਰਨ ਵਾਲੇ ਪੈਦਾ ਹੋਏ ਆ। ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ, ਮੇਰੇ ਖੁੱਲੇ ਸ਼ਬਦ ਕਹਿ ਰਹੇ ਹਾਂ, ਸੁਖ ਰਾਜੇ ਹਰਿ ਚੰਦ ਕਰ, ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਦੇਖੋ ਕਿੰਨਾ ਪੁਰਾਣਾ ਸ਼ਬਦ, ਯੁੱਗਾਂ ਦਾ ਫਰਕ ਪੈ ਗਿਆ। ਮੇਰੀ ਫਿਰ ਅਰਜ਼ ਹੈ ਜੀ, ਬਾਣੀ ਗੁਰੂ ਸਾਹਿਬ ਤੋਂ ਪਹਿਲਾਂ ਵੀ ਸ਼ਬਦ ਹੈ ਜੀ। ਇਹ ਗੱਲ ਹੋਰ, ਅਸਲ 'ਚ ਇਹ ਗੱਲ ਸੌਖੀ ਹੈ ਕਰਨੀ ਜ਼ਬਾਨ 'ਚੋਂ, ਪਰ ਜਿਸ ਹਿਰਦੇ 'ਚ ਬਾਣੀ ਆਈ, ਇਹ ਬਾਣੀ ਕਿਤਾਬਾਂ ਪੜ੍ਹ ਕੇ ਨਹੀਂ ਲਿਖੀ ਪਿਆਰਿਓ, ਇਹ ਪੋਇਟਰੀ ਦੀ ਕਵਿਤਾ ਕਰਕੇ ਨਹੀਂ। ਮੰਨ ਲਓ ਵੀ ਇੱਕ ਸਤਰ ਲਿਖੀ, ਭੁੱਲ ਗਿਆ, ਕੱਟ ਦਿੱਤੀ, ਕੱਲ੍ਹ ਨੂੰ ਬੰਦ ਪੂਰਾ ਕਰ ਲਾਂਗੇ, ਉਹਨੂੰ ਕੱਟ ਦਿੱਤਾ ਫਿਰ ਨਹੀਂ। ਪਿਆਰਿਓ, ਬਾਣੀ ਤਾਂ ਅਮਿਓ ਚੱਲੇ ਝਰਨੇ, ਜਿਵੇਂ ਝਰਨੇ ਦਾ ਪਾਣੀ ਚੱਲਦਾ ਹੈ ਨਾ, ਇਸੇ ਤਰ੍ਹਾਂ ਬਾਣੀ ਦੇ ਉਚਾਰਨ ਕਰਤਿਆਂ ਅੰਦਰ ਬਾਣੀ ਆਈ। ਬਾਣੀ ਨੇ ਵਰਨ ਨਹੀਂ ਦੇਖਿਆ, ਬਾਣੀ ਨੇ ਇਹ ਨਹੀਂ ਦੇਖਿਆ ਵੀ ਮੈਂ ਕਿਸੇ ਬ੍ਰਾਹਮਣ ਦੇ ਹਿਰਦੇ 'ਚ ਆਉਣਾ, ਮੈਂ ਖੱਤਰੀ ਦੇ ਹਿਰਦੇ 'ਚ ਆਉਣਾ। ਗੁਰਮੁਖੋ ਯਾਦ ਰੱਖਿਓ, ਗੁਰਬਾਣੀ ਉਸ ਹਿਰਦੇ ਦਾ ਪ੍ਰਕਾਸ਼ ਹੈ ਜਿਹੜਾ ਸਿਮਰਨ ਕਰਕੇ ਅਕਾਲ ਪੁਰਖ ਨਾਲ ਅਭੇਦ ਹੋ ਗਏ। ਜਿਹੜਾ ਅਨੁਭਵ ਉਹਨਾਂ ਦੇ ਹਿਰਦਿਆਂ 'ਚ ਪ੍ਰਕਾਸ਼ਿਤ ਹੋਇਆ, ਉਹਨਾਂ ਨੇ ਉਸ ਅਨੁਭਵ ਨੂੰ ਆਪਣੀ ਮਾਨਵੀ ਬੋਲੀ ਵਿੱਚ ਗਾ ਦਿੱਤਾ। ਉਹ ਗੁਰਮੁਖੀ ਵੀ ਪੰਜਾਬੀ ਵੀ ਹੋ ਸਕਦੀ ਹੈ, ਉਹ ਸੰਸਕ੍ਰਿਤੀ ਵੀ ਹੋ ਸਕਦੀ ਹੈ, ਉਹ ਅਵਧੀ ਵੀ ਹੋ ਸਕਦੀ ਹੈ, ਉਹ ਬ੍ਰਜ ਭਾਸ਼ਾ ਹੋ ਸਕਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ 15 ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। 15 ਭਾਸ਼ਾਵਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ। ਮੈਂ ਆਪ ਨੂੰ ਫਿਰ ਮੈਂ ਆਉਣਾ ਉਸੇ ਵਿਸ਼ੇ 'ਤੇ ਜੋ ਭਾਈ ਸਾਹਿਬ ਪੜ੍ਹ ਕੇ ਗਏ ਕਿ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਹਿਲੀ ਮੈਂ ਸਿਰਫ ਬੇਨਤੀ ਕਰ ਲੱਗਾ, ਇਹ ਤਾਂ ਬਾਣੀ ਦੇ ਉਚਾਰਨ ਕਰਤਾ ਜਾਣਨ, ਪਰ ਇਹ ਬਾਣੀ ਕਿਵੇਂ ਆਉਂਦੀ ਰਹੀ ਹੈ ਉਹਨਾਂ ਹਿਰਦਿਆਂ 'ਤੇ ਜਿਹੜੇ ਪਰਮੇਸ਼ਵਰ। ਹੁਣ ਸਵਾਲ ਉੱਠਦਾ ਹੈ, ਸ਼ਬਦ ਬਾਣੀ ਪਹਿਲਾਂ ਕਿ ਨਾਮ ਪਹਿਲਾਂ? ਬਾਣੀ ਕਿਵੇਂ ਆ ਗਈ? ਯਾਦ ਰੱਖੋ ਗੁਰਮੁਖੋ, ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ,
ਚਾਹੇ ਉਹਨਾਂ ਰਾਮ ਸ਼ਬਦ ਬੋਲਿਆ, ਗੋਪਾਲ ਸ਼ਬਦ ਬੋਲਿਆ, ਅੱਲਾ ਸ਼ਬਦ ਬੋਲਿਆ, ਅਸਲ 'ਚ ਉਸ ਸ਼ਬਦ ਦੇ ਅਭਿਆਸ ਨੇ ਫਿਰ ਅਰਜ ਹੈ ਇਸ ਸੁਰਤ ਨੂੰ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਅਭੇਦ ਕਰ ਦਿੱਤਾ। ਉਸ ਅਭੇਦਤਾ ਵਿੱਚ, ਅਭੇਦ ਸਮਝ ਗਿਆ ਨਾ, ਇੱਕਵੇਂ ਕਰ ਦਿੱਤਾ। ਉਸ ਇੱਕ ਮਿਕਤਾ ਵਿੱਚੋਂ ਜਿਹੜਾ ਪਰਮਾਤਮਾ ਦਾ ਨਿੱਜੀ ਅਨੁਭਵ ਹੈ ਉਹ ਬਾਣੀ ਦੇ ਉਚਾਰਨ ਕਰਤਿਆਂ ਦੇ ਹਿਰਦੇ ਵਿੱਚ ਆ ਗਿਆ। ਦੇਖੋ, ਇੱਕ ਸੁਖਮਨੀ ਸਾਹਿਬ 'ਚ ਆਪ ਜੀ ਪਾਠ ਕਰਦੇ ਹੋ, ਗ੍ਰੰਥ, ਭਗਤ, ਜਤੀ, ਸਤੀ, ਇਹ ਸਾਰੇ ਸਿਮਰਨ 'ਚੋਂ ਪੈਦਾ ਹੋਏ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ। ਵੇਦ ਅਰਥ ਆਪਾਂ ਕਰਾਂਗੇ ਉਹ ਗਿਆਨ ਜਿਹੜੇ ਰੂਹਾਨੀ ਗਿਆਨ ਨਾਲ ਭਿੱਜੇ ਗ੍ਰੰਥ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ। ਪਿਆਰਿਓ, ਸਿਮਰਨ ਚੋਂ ਨਿਕਲਿਆ, ਚਾਹੇ ਸਿੱਧ ਨੇ, ਚਾਹੇ ਭਗਤ ਨੇ, ਚਾਹੇ ਜਤੀ ਨੇ, ਚਾਹੇ ਦਾਤੇ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਉਹ ਵਾਹਿਗੁਰੂ ਇਹ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਆਕਾਰਾ। ਉਹ ਪਿਆਰਿਓ, ਸਿਮਰਨ ਕੇਵਲ ਅੱਖਰ ਹੈ, ਹਰ ਸਿਮਰਨ ਮੈਂ ਆਪ ਨਿਰੰਕਾਰ। ਸਿਮਰਨ ਵਿੱਚ ਆਪ ਨਿਰੰਕਾਰ ਵਰਦੇ ਨੇ। ਉਸ ਅਨੁਭਵ ਵਿੱਚੋਂ ਵੀ ਫਿਰ ਬੇਨਤੀ ਹੈ, ਜਦੋਂ ਬਾਣੀ ਦੇ ਉਚਾਰਨ ਕਰਤਾ ਸ਼ਬਦ ਬੋਲਦੇ ਨੇ, ਉਹ ਬਾਣੀ ਦੇ ਸੰਬੰਧ ਵਿੱਚ ਵੀ ਕਹਿ ਦਿੰਦੇ ਨੇ, ਭਾਈ ਜੋ ਕੋਈ ਅਸੀਂ ਬੋਲਨੇ ਪਿਆ ਨਾ, ਇਹ ਜ਼ਬਾਨ ਸਾਡੀ ਬੋਲਦੀ ਪਈ ਹੈ, ਪਰ ਬੁਲਾਂਦਾ ਵਿੱਚ ਕੋਈ ਹੋਰ ਪਿਆ ਹੈ। ਇਸੇ ਕਰਕੇ ਇਹਨੂੰ ਧੁਰ ਕੀ ਬਾਣੀ ਕਿਹਾ ਜੀ। ਸਤਿਗੁਰਾਂ ਨੇ ਸ਼ਬਦ ਇੱਕ ਵਰਤਿਆ, ਤੁਹਾਨੂੰ ਸਭ ਨੂੰ ਪਤਾ ਹੈ। ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਗੌੜੀ ਰਾਗ ਵਿੱਚ। ਇਹ ਸ਼ਬਦ ਅਕਸਰ ਪੜ੍ਹਿਆ ਜਾਂਦਾ, ਕੋਈ ਗਾਵੇ ਕੋ ਸੁਣੈ। ਇਹ ਸ਼ਬਦ ਹੈ ਏਕ ਜੋਤ ਏਕਾ ਮਿਲੀ। ਕਿਉਂਕਿ ਮੈਂ ਆਪ ਨੂੰ ਪਹਿਲਾਂ ਕਿਹਾ ਸੀ, ਮੈਂ ਯਤਨ ਕਰਨਾ ਬਾਣੀ ਦੇ ਵਿੱਚ ਰਹਿ ਕੇ। ਏਕ ਜੋਤ ਏਕਾ ਮਿਲੀ। ਏਕ ਜੋਤ ਮੀਨਸ ਇੱਕ ਆਤਮਾ, ਏਕਾ ਦਾ ਅਰਥ ਹੈ ਪਰਮਾਤਮਾ। ਜਿਹੜੀ ਏਕ ਜੋਤ ਆਤਮਾ ਪਰਮਾਤਮਾ ਵਿੱਚ ਮਿਲ ਗਈ, ਕਿੰਬਾ ਹੋਏ। ਹਾਂ, ਇੱਥੇ ਵਿਸ਼ਰਾਮ ਦੇਣਾ ਹੈ। ਕਿੰਬਾ ਹੋਏ, ਜਿਹੜੀ ਜੋਤ ਪਰਮ ਜੋਤ ਵਿੱਚ ਮਿਲ ਗਈ। ਅਸੀਂ ਅੱਜ ਵੈਸੇ ਕਹਿੰਦੇ ਹਾਂ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਕਹਿੰਦੇ ਹਾਂ ਨਾ, ਪਰ ਗੁਰਮੁਖੋ, ਜੋਤੀ ਜੋਤ ਤਾਂ ਆਤਮਾ ਪਰਮਾਤਮਾ ਮਿਲਦਾ ਹੈ, ਤੇ ਜਿਹੜਾ ਖੁਦ ਹੀ ਜੋਤ ਸਰੂਪ ਹੈ ਉਹਨੇ ਕਿਹੜੀ ਜੋਤੀ 'ਚ ਮਿਲਣਾ ਹੈ। ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਹੁਣ ਉੱਥੇ ਜਿਹੜਾ ਸ਼ਬਦ ਹੈ ਮਹਾਰਾਜ ਜੀ ਨੇ ਵਰਤਿਆ, ਭਗਤ ਕਬੀਰ ਜੀ ਨੇ ਕਹਿਣ ਲੱਗੇ, ਜਿਹੜੀ ਇੱਕ ਜੋਤ ਆਤਮਾ ਪਰਮਾਤਮਾ ਵਿੱਚ ਮਿਲ ਗਈ, ਕਿੰਬਾ ਹੋਏ, ਕਿ ਉਸ ਮਿਲੀ ਕੋਈ ਜੋਤ ਨੂੰ ਵੱਖ ਕਰ ਸਕਨੇ। ਕਹਿੰਦੇ ਮਹੋਏ, ਮਹੋਏ ਮੀਨਸ ਜਿਹੜਾ ਮਿਲ ਗਿਆ ਉਹ ਵੱਖ ਨਹੀਂ ਹੋ ਸਕਦਾ, ਉਹ 'ਚ ਅਭੇਦ ਹੋ ਗਿਆ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਕਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਜਿਸ ਹਿਰਦੇ 'ਚ ਨਾਮ ਨਹੀਂ ਪ੍ਰਗਟ ਹੋਇਆ, ਪਿਆਰਿਓ, ਕਹਿਣ ਲੱਗੇ ਉਹ ਸਰੀਰ ਫਟ ਜਾ। ਬੜੀ ਵੱਡੀ ਗੱਲ ਕਹਿ ਦਿੱਤੀ। ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਾਹ ਮਈਆ, ਸੋਹਣੇ ਸਾਵਲੇ ਰੰਗ ਵਾਲੇ ਵਾਹਿਗੁਰੂ ਜੀ, ਮੇਰਾ ਮਨ ਲਾਗਾ ਤੋਹੇ। ਅੱਗੇ ਸਾਧ ਮਿਲੇ ਸਿੱਧ ਪਾਈਆ। ਮੈਂ ਸਿਰਫ ਇੱਕ ਬੇਨਤੀ ਕਰ ਲੱਗਾ, ਬਾਣੀ ਕਿਵੇਂ ਆਈ? ਬਾਣੀ ਕੱਲੀ ਬੋਧਕ ਤਲ ਤੇ ਨਹੀਂ ਆਈ, ਜਿੱਥੇ ਏਕ ਜੋਤ ਏਕਾ ਮਿਲੀ ਹੈ। ਸਾਵਲ ਸੁੰਦਰ ਰਾਹ ਮਈਆ, ਮੇਰਾ ਮਨ ਲਾਗਾ ਤੋਹੇ। ਅੱਗੇ ਕਹਿੰਦੇ ਸਾਧ ਮਿਲੇ ਸਿੱਧ ਪਾਈਐ। ਜਿਹਨੂੰ ਗੁਰੂ ਮਿਲ ਜਾਏ, ਸਿੱਧਤਾ ਉਹਨੂੰ ਹੀ ਮਿਲੀ ਕਿ ਇਹ ਜੋਗ ਕੇ ਭੋਗ। ਪਿਆਰਿਓ, ਅਭੇਦਤਾ ਵਾਲੇ ਵਾਸਤੇ ਉਹੀ ਜੋਗ ਹੈ, ਉਹੀ ਭੋਗ ਹੈ। ਕਿ ਜੋਗ ਕੇ ਭੋਗ, ਦੋਵੇਂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਅੱਗੇ ਫਿਰ ਭਗਤ ਜੀ ਕਹਿੰਦੇ, ਲੋਕ ਜਾਣੈ ਇਹੋ ਗੀਤ ਹੈ। ਇਹ ਗੀਤ ਨਹੀਂ ਕੇਵਲ, ਇਹ ਪ੍ਰਭ ਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ, ਇਹ ਸਾਧ ਕੀ ਬਾਣੀ ਹੈ, ਇਹ ਗੁਰ ਕੀ ਬਾਣੀ ਹੈ। ਚੇਤੇ ਰੱਖਿਓ, ਇਹ ਧੁਰ ਕੀ ਬਾਣੀ ਹੈ। ਮੈਂ ਤਾਂ ਅਰਜ਼ ਕੀਤੇ, ਲਫ਼ਜ਼ ਵੱਖਰੇ ਵੱਖਰੇ ਨੇ। ਕੋਈ ਹਿੰਦੀ 'ਚ ਬੋਲ ਰਿਹਾ, ਕੋਈ ਮਰਾਠੀ 'ਚ ਬੋਲ ਰਿਹਾ, ਕੋਈ ਪੰਜਾਬੀ 'ਚ ਬੋਲ ਰਿਹਾ, ਕੋਈ ਸਿੰਧੀ 'ਚ ਬੋਲ ਰਿਹਾ, ਇੱਥੋਂ ਤੱਕ ਕੋਈ ਪਰਸ਼ੀਅਨ ਬੋਲ ਰਿਹਾ। ਹਜ਼ੂਰ ਨੇ ਕਿਹਾ, ਇਸ ਮਸਲੇ 'ਚ ਮਤ ਪਾਓ। ਇਹ ਹਿੰਦੀ, ਇਹ ਸੰਸਕ੍ਰਿਤ, ਇਹ ਫਾਰਸੀ, ਇਹ ਅਰਬਿਕ, ਇਹ ਸਿੰਧੀ, ਇਹ ਗੁਜਰਾਤੀ, ਇਹ ਮਰਾਠੀ, ਇਹ ਬੰਗਾਲੀ। ਯਾਦ ਰੱਖੋ, ਜਿਸ ਹਿਰਦੇ 'ਚੋਂ ਬੋਲਿਆ ਜਾ ਰਿਹਾ ਸ਼ਬਦ ਕੋਈ ਵੀ ਹੋਵੇ, ਉਹ ਅਗਲੇ ਦੇ ਅੰਦਰ ਨੂੰ ਜ਼ਰੂਰ ਕੀਲੇਗਾ। ਮੈਨੂੰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਗੱਲ ਬੜੀ ਚੰਗੀ ਲੱਗਦੀ। ਵੇਖੋ, ਉਹ ਕਹਿੰਦੇ ਆ, ਜੇ ਹੁਣ ਮੈਂ ਸ਼ਬਦ ਕੀਤੇ ਭਾਸ਼ਾ ਦੇ, ਉਹ ਇਕੱਲੇ
ਭਾਈ ਸਾਹਿਬ ਮੈਂ ਸੱਚੀ ਕਹਿਣਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੇ ਆ, ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਟਰਕਚਰ ਢਾਂਚੇ ਦੀ ਕਥਾ ਹੀ ਕਰੋ ਨਾ, ਕਈ ਮਹੀਨੇ ਲੱਗ ਜਾਂਦੇ। ਗੁਰੂ ਗ੍ਰੰਥ ਸਾਹਿਬ 'ਚ ਕੀ ਖਜ਼ਾਨਾ ਹੈ, ਸਿਰਫ ਢਾਂਚੇ ਦੀ ਗੱਲ ਕਰੀਏ ਤਾਂ। ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਹੈ ਮਹਾਰਾਜ ਜੀ ਨੇ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਪਿਆਰਿਓ, ਇਹ ਛੋਟਾ ਸ਼ਬਦ ਹੈ ਕਿ ਜੋ ਸਾਡੇ ਬਜ਼ੁਰਗਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਜਿੰਨੇ ਬਚਨ ਕਹਿਣ ਲੱਗੇ ਮੈਂ ਖੋਲ ਕੇ ਦੇਖਿਆ। ਖੋਲ ਕੇ ਦੇਖਿਆ ਦਾ ਅਰਥ ਮੈਂ ਉਸ ਇੱਕ ਇੱਕ ਸ਼ਬਦ ਨੂੰ ਆਪ ਮਾਣਿਆ ਹੈ, ਤਾਂ ਮੇਰਾ ਮਨ ਭਇਆ ਨਿਧਾਨਾ, ਤੇ ਇਹਦਾ ਮੁੱਲ ਕੋਈ ਨਹੀਂ। ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟਾ ਤੋਲ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵਾਧੂ ਜਾਈ। ਮੈਂ ਫਿਰ ਬੇਨਤੀ ਕਰਾਂਗਾ ਕਿ ਦੇਖੋ ਉਸ ਭਾਈ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਭਾਈ ਇਸ ਕਿੰਨੀਆਂ ਭਾਸ਼ਾਵਾਂ, ਮੈਂ 15 ਦਾ ਜ਼ਿਕਰ ਕੀਤਾ, ਜੇ 15 ਦਾ ਪਤਾ ਲੱਗਾ ਵਿਦਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿਣ ਲੱਗੇ ਭਾਸ਼ਾ ਕੋਈ ਵੀ ਹੋਵੇ, ਲਿਪੀ ਗੁਰਮੁਖੀ ਹੈ। ਮੈਂ ਹਰ ਥਾਂ ਕਹਿਣਾ ਇਹਨੂੰ ਫਿਰਕਾ ਪ੍ਰਸਤੀ 'ਚ ਲੈ ਜਾਣਾ, ਗੁਰਮੁਖੋ ਠੀਕ ਹੈ ਤੁਸੀਂ ਹਿੰਦੀ ਪੜ੍ਹ ਲਓ, ਤੁਸੀਂ ਅੰਗਰੇਜ਼ੀ ਪੜ੍ਹ ਲਓ, ਆਪਾਂ ਕਹਾਂਗੇ ਜੀ ਬੱਚੇ ਗੁਰਮੁਖੀ 'ਚ ਨਹੀਂ ਪੜ੍ਹ ਸਕਦੇ, ਬਾਹਰ ਸੁਣਨ ਨੂੰ ਮਿਲਦਾ, ਬਾਕੀ ਛੱਡੋ ਭਾਰਤ ਵਿੱਚ ਮਿਲ ਜਾਂਦਾ। ਨਹੀਂ ਜੀ ਬੱਚੇ ਨਾ ਜੀ ਉਹ ਗੁਰਮੁਖੀ ਨਹੀਂ ਪੜ੍ਹ ਸਕਦੇ। ਮੈਂ ਕਰਜ਼ ਕਰਾਂ ਪਿਆਰਿਓ, ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਰਸ ਲੈਣਾ ਤੇ ਗੁਰਮੁਖੀ ਸਾਨੂੰ ਸਿੱਖਣੀ ਚਾਹੀਦੀ ਹੈ। 35 ਅੱਖਰ ਗੁਰਦੇਵ ਨੇ ਵਰਤੇ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸ਼ਬਦ ਕੋਈ ਵੀ ਹੋਵੇ, ਕਿਸੇ ਭਾਸ਼ਾ ਦਾ ਵੀ ਹੋਵੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਜੀ ਦੇ ਮੁਖ ਤੋਂ ਨਿਕਲਿਆ, ਗੁਰੂ ਸਾਹਿਬ ਦੇ ਮੁਖ ਤੋਂ ਨਿਕਲਿਆ, ਜਿਹੜਾ ਸ਼ਬਦ ਬਾਣੀ ਦਾ ਰੂਪ ਧਾਰਨ ਕਰ ਗਿਆ ਨਾ, ਹਰ ਸ਼ਬਦ ਜਿਹੜਾ ਉਹ ਗੁਰਮੁਖ ਬਣ ਗਿਆ ਹੈ, ਹਰ ਸ਼ਬਦ ਗੁਰਮੁਖ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਭਗਤ ਜੀ ਨੇ ਕਿਹਾ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਹਰ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਮੈਂ ਆਪ ਨੂੰ ਸਿਰਫ ਇੱਥੋਂ ਤੱਕ ਬੇਨਤੀ ਕੀਤੀ, ਬੜੇ ਮੈਂ ਸਰਲ ਸ਼ਬਦ ਵਰਤ ਰਿਹਾ। ਬਾਣੀ ਉਹਨਾਂ ਹਿਰਦਿਆਂ 'ਚ ਪ੍ਰਕਾਸ਼ਿਤ ਹੋਈ। ਫਿਰ ਸਤਿਗੁਰਾਂ ਨੇ ਜਿਹੜੇ ਅਸੀਂ ਪ੍ਰਮਾਣ ਸਾਰੇ ਲਾਉਂਦੇ ਹਾਂ ਜੀ, ਤਕਰੀਬਨ ਸਾਰੀ ਬਾਣੀ ਵਾਸਤੇ ਨੇ ਕਿ ਹਾਂ ਆਪੋਂ ਬੋਲ ਨਾ ਜਾਣਦਾ, ਕਹਿੰਦੇ ਮੈਂ ਨਹੀਂ ਬੋਲ ਰਿਹਾ, ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਮਹਾਰਾਜ ਨੇ ਸ਼ਬਦ ਵਰਤਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਖਸਮ ਕੀ ਬਾਣੀ ਆ ਰਹੀ ਹੈ, ਸਤਿਗੁਰੂ ਦੀ ਬਾਣੀ 'ਚ ਇੱਕ ਬਚਨ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਫਿਰ ਅਰਜ ਹੈ ਗੁਰੂ ਕੀ ਬਾਣੀ ਨੂੰ ਸਤ ਸਤ ਕਰਕੇ ਸਮਝੋ। ਅੱਗੇ ਮਹਾਰਾਜ ਇਹ ਨਹੀਂ ਕਹਿੰਦੇ ਮੈਂ ਕਵਿਤਾ ਰਚ ਰਿਹਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਹਿੰਦੇ ਨੇ ਕਰਤਾ ਪੁਰਖ ਸਾਡੇ ਮੁਖ ਤੋਂ ਕਢਾ ਰਿਹਾ ਹੈ। ਇਸੇ ਨੂੰ ਗੁਰੂ ਜੀ ਨੇ ਕਿਹਾ ਬੇਸ਼ੁਮਾਰ ਅਥਾ ਅਗੰਤ ਅਤੋਲੇ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਮੇਰੀ ਫਿਰ ਅਰਜ ਹੈ, ਇਹ ਬਾਣੀ ਧੁਰ ਤੋਂ ਆਈ। ਮੈਂ ਇੱਕ ਸਿਰਫ ਮਿੰਟ ਰਹਿ ਗਏ, ਸਿਰਫ ਮੇਰੇ 10, ਕਿਉਂਕਿ ਭਾਈ ਸਾਹਿਬ ਮੈਨੂੰ ਪਤਾ ਹੈ ਵੀ ਇਸ ਸਮਾਗਮਾਂ 'ਚ ਇੱਕ ਇੱਕ ਸਮਾਂ ਤੇ ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ, ਉਹਨਾਂ ਨੇ ਸ਼ਬਦ ਕੀਰਤਨ ਰਾਹੀਂ ਤੁਹਾਡੇ ਦਰਸ਼ਨ ਕਰਨੇ। ਉਂਝ ਵੈਸੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਕਥਾ ਵਾਲਾ ਵਿੱਚ ਫਸ ਜਾਏ ਨਾ, ਵਿਚਕਾਰ ਹੈ ਵਿਅੰਗਮਈ, ਕਿਉਂਕਿ ਭਾਈ ਸਾਹਿਬ ਦੀ 3 ਜਣੇ 3 ਨਾਲ ਸਾਜ ਨੇ, ਮੈਂ ਇਕੱਲਾ ਵਾਂ। ਚੇਤੇ ਰੱਖਿਓ 6 ਚੀਜ਼ਾਂ ਨੇ ਇਕੱਠੀਆਂ, ਸ਼ਬਦ ਨਾਲ ਕੀਲਣਾ ਬੜਾ ਮੁਸ਼ਕਲ ਹੋ ਜਾਂਦਾ ਜੀ। ਭਾਈ ਧਰਮ ਸਿੰਘ ਜ਼ਖਮੀ ਹੋਣਾ ਕੀਰਤਨ ਕੀਤਾ ਤੇ ਗਿਆਨੀ ਮਾਨ ਸਿੰਘ ਝੌਰ ਨੇ ਕਥਾ ਕਰਨੀ ਸੀ, ਤੇ ਉਹਨਾਂ ਨੇ ਜੀ ਫੇਰੀ ਬੁੱਲਾਂ ਉੱਤੇ ਕਿਹਾ ਜਾਂਦਾ ਜ਼ਖਮੀ ਸਾਹਿਬ ਤੁਸੀਂ ਵੀ 4 ਜਣੇ ਸੀ, ਕਹਿੰਦਾ ਗੁਰੂ ਨਾਨਕ ਸਾਹਿਬ ਕਿਰਪਾ ਕਰੇ ਮੈਂ ਇੱਕੋ ਸਾਜ ਨਾਲ ਹੀ ਸਭ ਕੁਝ ਕਰ ਜਾਣਾ। ਉਹ ਬੜੇ ਖੁੱਲ੍ਹਦੇ ਲੋਕ ਸਨ ਜੀ, ਅੱਜ ਦੀ ਤਰ੍ਹਾਂ ਸੰਕੀਰਨ ਨਹੀਂ ਸਨ। ਤੇ ਕੱਲੇ ਮੋਬਾਇਲ ਹੀ, ਟੱਚ ਫੋਨ ਨਹੀਂ ਆਏ, ਇੱਥੇ ਲੋਕ ਵੀ ਟੱਚ ਹੋ ਗਏ ਆ। ਤੇ ਨਿਆਣੇ ਨੂੰ ਮਾੜਾ ਜਿਹਾ ਕਹੋ ਕੁਛ ਸਹੀ, ਕਿਉਂਕਿ ਪਤਾ ਹੀ ਨਹੀਂ ਲੱਗਦਾ ਵੀ ਹਾਸੇ 'ਚ ਗੱਲ ਕੀਤੀ ਉਹ ਬੰਦੇ ਨੇ ਮੰਨ ਕੀ ਜਾਣਾ। ਇਹ ਅੰਦਰ ਵੀ ਟੱਚ ਹੋ ਗਏ ਆ, ਪਤਾ ਨਹੀਂ ਕਿਹੜੀ ਫਾਈਲ ਖੋਲ ਜਾਣੀ ਲੋਕਾਂ ਦੀ। ਮੈਂ ਤਾਂ ਤੁਹਾਨੂੰ ਕਿਹਾ ਵੀ ਮੇਰੇ ਸਰਲ ਬੜੇ ਪੇਂਡੂ ਜਿਹੇ ਸ਼ਬਦ ਜੇ, ਤੇ ਮੈਨੂੰ ਆਪਣੇ ਗੁਰੂ ਤੋਂ ਬਿਨਾਂ ਹੋਰ ਕੁਛ ਨਹੀਂ ਆਉਂਦਾ। ਇਹੀ ਬੇਨਤੀ ਕਰੀ ਦੇ ਸਤਿਗੁਰੂ ਤੂੰ ਕਿਰਪਾ ਕਰੀ,
महाराज उत्थे शब्द में फिर आउण लगा कि इस बाणी का जरा अभ्यास है। भाई साहब जी ने पढ़िया, नित उठ गावो प्रभ की बाणी, आवो सिख सतगुरु के प्यारे गावो सच्ची बाणी। बड़े सवाल ने कि असी गुरबाणी रोज़ पढ़ने हैं, ਜਿਹੜੇ पढ़ते हैं मुबारक है। हुणे भाई साहब जो अरदास करनगे ना जी, इन्हां ने पहला पदा जिहड़ा पढ़ना है ਉਹਦੀ समाप्ति एडे कमाल दी है, वो बड़ी रमज भरी है। दसां पातशाहियां दी जोत, ये पढ़ते हैं दसां पातशाहियां दी जोत श्री गुरु ग्रंथ साहिब जी दे पाठ दीदार है, उत्ते दर्शन दीदार नहीं, पाठ दीदार है ना। किड्डा कमाल दा शब्द है। असी बोलने बोलो जी वाहिगुरू, ओ प्यारे पाठ दीदार विच बहुत कुछ कह गए अरदास वाले सज्जन। उन्होंने कहा गुरु ग्रंथ साहिब का पाठ ही दीदार है। जिसने गुरु ग्रंथ साहिब का दीदार करना वो पाठ करे। दर्शन दीदार नहीं, दर्शन तो संस्कृत का शब्द है, दीदार परशियन का शब्द है। उत्थे पाठ दीदार लिखे है, जेड़ा गुरु ग्रंथ साहिब का पाठ करेगा वो गुरु ग्रंथ साहिब का दीदार करेगा। जे नहीं आउंदा बंदा सुन सकता है। अज तो बहुत जरिए ने। सतगुरु ने कहा भी बाणी इनू पढ़, इनू सुन, इनू कमा। थोड़ा जिहा ध्यान दे के सुनियो। गुरु अंगद साहिब दे वेले एक सिख नूं ਉਹਦਾ नाम दिता है जी भगत माल च भाई केदारी। कईयां ने कदारू लिखिया, कईयां ने केदारा लिखिया। अज दा जिहड़ा सब दा सवाल है, कोई बंदा चुप करके अंदर पै जांदा है, कोई बेचारा रो के दस दिंदा है। भाई केदारा महाराज जी नूं बेनती करके पुछदा, सच्चे पातशाह जदों अंदर वासना नाल पीड़ित होवे ते फिर की करिए। सुनियो, वासना नाल पीड़ित होवे, काम क्रोध लोभ मोह अहंकार, जां थोड़ा ध्यान दे गुरमुखो, मान लो अंदर दवैश च सड़दा होवे, ईरखा सड़दा होवे, अंदर तपदा होवे, सच्ची मुच्ची कल ताती है। महाराज ने कहा आतिश दुनिया है, जियो तपत है बारो बाहर, हर बिन जियो जल बल जाओ। महाराज ने कहा अंदर सड़ रहा है, तप रहा है। तो महाराज जो अंदर अत दा कल्पदा, इस तरह होंदा ना, कदी बंदा गुस्से च आंदा बहुत, कदी काम पीड़दा, कदी लोभ। महाराज फिर की करिए? साडी बाणी अगवाई करदी, फिर की करिए? धन गुरु अंगद साहब कहंदे भाई केदारा जी, जदों जंगल नूं अग लगदी ते हिरन की करदा है? याद रखो, जंगल नूं अग लग जाए, हरे रुख भी सड़ जाते हैं। दावा अगन जिन्होंने बाणी ने कहा, जदों ओनू अग लगे फिर की हुंदा है? भाई केदारा हस के कहंदा, महाराज हरन जेड़े ने वो अग च सड़न तो बचन लई दौड़ के पानी च वड़ जाते हैं। मान लो नेड़े पानी का छप्पड़ होवे, टोबा होवे। मैं फिर बेनती करा, बंगाल विच एक शब्द वरदिया, भाई साहब नूं पता, पोखर, गुरबाणी च आए, बंगाली है पोखर पोखर ढूंढते। पोखर च तलाब च वड़ जाता मिर्ग। महाराज कहते फिर कह लगे फिर बच जाता है। जेड़ा मिर्ग पानी दे विच खलो जाएगा उन्होंने जंगल की अग नहीं साड़ती। महाराज कहते भाई केदारा चेते रखी, ये संसार तप रहा है, सड़ रहा है। जदों जंगल नूं अग लगे, मिर्ग दौड़ के पानी च वड़ जाए, अग उन्होंने नहीं साड़ती। जदों दुनिया च वासना की अग अंदर मचे, तो दौड़ के गुरु की बाणी च वड़ जी, अग तेनू नहीं साड़ सकेगी। ये गुरबाणी च ताकत है, ये समर्थ है। बस इको शब्द कह के गुरु साहब ने फुने ने गुरु ग्रंथ साहिब च, ये फुने ते चौबोले इकट्ठे होंदे आ। ते उंज मैं आपनूं बेनती करनी, अज भाई साहब ने प्रकरण रख लिया बाणी, ते मेरी इच्छा सी जिहड़ा कीर्तन चल रहा आपां ਉਹੀ कथा होवे ते च आनंद वखरा हुंदा है। उंज साडी मर्यादा च लिखिया है, हर सिख अपना सधारण पाठ जारी रखे, जिन्हों आपां सहज पाठ कहने आ जी। सधारण पाठ ਉਹਦੇ ਵਿੱਚ ਇਹ ਵੇ, मैं कई बार कहना ज़्यादा नहीं, 4 अंग सिर्फ रोज़ पाठ कर लीए। सिर्फ 4 अंग कह रहे हैं, तो 4 अंग पाठ करदे 20 मिनट नहीं लगते। ਜਿਹੜਾ शुद्ध पाठी पाठ करता है ना, तुसीं ड्यूटी लाते हो, देखियो बोल के पाठ करता है, वो 2 घंटिया 60 अंग पाठ कर जाता है। इस नहीं भाई साहब 60 अंग, यदा मतलब 2 मिनटा 1 अंग, 120 मिनटा प्यारिओ। जे असी 5 मिनट 1 अंग कर लीए शुरुआत, 20 मिनट 4 अंग कर गए ना,
एक साल विच पूरे गुरु ग्रंथ साहिब का दर्शन हो जाना है जे आपां उद्यम करांगे। क्योंकि दुनिया च जिहड़ा सब तो उपर माउंट एवरेस्ट ते भी चढ़िया, उन्हें भी पहला स्टैप ही पटिया सी। एक एक कदम पट के बंदे ए पहाड़ के शिखर ते पहुँच जाते आ। गुरमुख इत्थे एक एक अंग करदे पूरे गुरु ग्रंथ साहिब लोगों नूं चेते हो गए। इनू प्रैक्टिकल आपां करिए, नहीं आया भाई साहब सुनाया मैं किया, भाई साहब बोलणगे कीर्तन करनगे, हाथ जोड़ के बिनती है महाराज का एक बचन कह के फुनहा गुरबाणी च वो फुना है, मित का चित अनूप मर्म ना जानिए, गाहक गुणी अपार सो तत् पछानिए, चित्तै चित्त समाए ता होवै रंग घना, हर हाँ चंचल चोरै मार ता पावै सच धना। देखो मैं अर्थ कर देना दे, मित मीनस मित्र, उंज मित दर थे मापना, तुमरी गत मित उत्थे मित दर थे मापना। मित का चित्त अनूपे दर थे मेरे मित्र का जिहड़ा चित्त है वो उपमा तो रहत है। किहड़ा मित्र जी? अकाल पुरख वाहिगुरू जी। ते मित्र का चित्त की है? श्रीमान भाई वीर सिंह अर्थ कर दिया, मित्र दे चित्त का अर्थ है गुरु का शब्द, गुरु का हृदय, गुरु का हृदय गुरु का शब्द है। इसे करके गुरुदेव ने दे भी क्या कह लगे, जिन्हें मेरे नाल गल्लां करनियां ने वो गुरु ग्रंथ साहिब का शब्द पढ़े। गुरु गोबिंद सिंह जी क्या, जो मम साथ करन चाहे बात, ग्रंथ जी पढ़े विचार है साथ। जिन्हें मेरे नाल गल्लां करनियां प्यारिओ, असीं कहने हैं गुरु साहब हुंदे, कदी असीं दर्शन करदे उन्हां नाल गल्लां करदे प्यारिओ, जिन्हां नाल गल्लां करना चाहते वो कहंदे मेरे नाल गल्लां करनियां ते बाणी पढ़ो। मित का चित्त अनूप, ध्यान नाल सुनियो, बड़ा कमाल का नुकता है। मेरे मित्र का चित्त गुरु वाहिगुरू का चित्त उपमा तो रहत है। मित का चित्त अनूप सो मर्म ना जानी, मर्मदार ते भेद, उहदे मर्म नूं कोई जान नहीं सकता। गाहक गुणी अपार, ਜਿਹੜੇ शब्द ਦੇ खोजी ने ग्राहक ने गुणा ਨੂੰ जानने वाले, वो बाणी पढ़दे सो तत् पछानीए, वो तत् का अर्थ है परमात्मा की पहचान कर लेंदे आ, वो मिल जाते। हुण अगली तुक सुनियो, चित्तै चित्त समाए तां होवै रंग घना। ये दो शब्द ने जी, चित्तै चच्चे नूं सिहारी तत्ता हाए सिहारी चित्तै, अगे चित्त बड़ी बारी मन च आउंदा भी दो बारी शब्द क्यों, चित्तै चित्त समाए। पहला चित्त का अर्थ है चित्तै अपने चित्त नूं चित्त समाए, अपने चित्त नूं गुरु दे चित्त भी समा दे। याद रखी जिहड़ा गुरु दे चित्त विच चित्त मिल गया, गुरु दे सारे गुण उहदे विच प्रवेश कर जाणगे। शब्द गुरु का हृदय है, बाणी गुरु का चित्त है, अपने चित्त नूं शब्द। वेखो अज भी मैं कहना, ये बड़े सी कहने अज तकरीबन 90% स्ट्रैस ही चलता पे, कोई तन दुखी, कोई मन दुखी, कोई चिंता चित्त उदास, थोड़े थोड़े सब दुखी सुखी हरि के दास। चिंता ही है ना जी, स्ट्रैस चित्त नूं पकड़ी बैठा है। डॉक्टर को जाओ, कहता तू ध्यान च जा, तू दवाई लै। मैं कहना गुरमुखो चित्त नूं कन्वर्ट कर दईए। जिस थां ते चित्त जकड़ी बैठा है उस थां तो छुड़ा के चित्त नूं सुखमनी साहिब विच ला दिओ। सच एवे सुखमनी साहिब दे अंदर दा सुख साडे चित्त 'च प्रवेश कर जाएगा। चित्तै चित्त समाए तां होवै रंग घना, रंग चढ़ जाएगा अपने चित्त नूं गुरु दे। वो बंदे दे चित्त नाल चित्त जुड़ जाए, बंदा परवाह नहीं करता किसी दी, चित्त ही है ना। बंदा कुराए पैंदा तां भी चित्त विच चित्त मिलदा तां पैंदा है, ते बंदा जे रब दे रस्ते ते चलदा तां भी चित्त विच चित्त मिलदा ते तां बनदा। अपने चित्त नूं गुरु दे चित्त समा दे, चित्तै चित्त समाए तां होवै रंग घना, हर हाँ चंचल चोरै मार तां पावैं सच धना। मेरी बेनती है आप जी समागम कर दिओ, क्योंकि जो वीर जी ने अनाउंस किया मैं बिल्कुल इन्हां लागे चागे किया सी। लागे दा मतलब मिनट घट भी सकदा, चागे का अर्थ वध भी सकता है। मैनूं बड़ा चंगा लगा शब्द, मैं शब्द चो भी कोई कढ़ लिया सी। लागे चागे तो मैनूं खुल देती इन्होंने भी रिओ 2 मिनट पहला या पिछे। लागे चागे का मतलब 25 नहीं होने चाहिए। बड़ा पंजाबी का पुराना शब्द है जी। इस करके मैं तुहानूं एक बेनती करांगा, तो ये समागम च आए हो, ये तो 10वां समागम जी
है ना। एक बेनती है ਜਿਹੜੇ ਕਰਦੇ ਹੋ ਮੁਬਾਰਕ, ਇਹ ਸੋਚ ਲਓ ਵੀ ਇਸ ਸਮਾਗਮ 'ਚ ਜਿੰਨੇ ਸ਼ਮੂਲੀਅਤ ਕਰ ਰਹੇ ਆ, ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਖਿਮਾ ਕਰ ਦਿਓ, ਬਿਸਤਰੇ ਤੋਂ ਤਾਂ ਥੱਲੇ ਉਤਰਨਾ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ, ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਕੇ ਉਤਰਨਾ। ਫਿਰ ਆਪਣੇ ਮਨ 'ਚ ਅੱਗੇ ਮੈਂ ਕੱਲ੍ਹ ਨੂੰ ਬੇਨਤੀ ਕਰਾਂਗਾ ਇਸੇ ਸ਼ਬਦ ਸੰਬੰਧੀ ਭਾਈ ਸਾਹਿਬ ਜੋ ਕੀਰਤਨ ਕਰਨਗੇ, ਜੇ ਗੁਰੂ ਨਾਨਕ ਸਾਹਿਬ ਜੀ ਆਪ ਜੀ ਕਹੋਗੇ ਉਹਨਾਂ ਸੰਬੰਧੀ ਬਸ ਆਓ। ਮੇਰੀ ਬੇਨਤੀ ਹੈ कि बाणी गाओ, जो भाई साहब पढ़ के गए, नित उठ गावो प्रभु की बाणी, आवो सिख सतगुरु के प्यारे, गावो सच्ची बाणी। हाँ, अगला काम एक होर करना है, बाणी तां गावो गुरु केरी, बाणियां सिर बाणी। ये भी अपना उद्यम है ना, सिखो बाणी गाओ, गुरु की बाणी गाओ, बाणियां सिर बाणी गाओ। अगे कह लगे अगला काम तेरा नहीं, अगली अरदास करी, गांधी सारी दुनिया पईए वसदी ओदे हिरदे जिदे ते बख्शिश हो जाए, जिनको नदर कर्म होवे हिरदे तिना समाणी। आपां नदरे कर्म मंगीए, सतगुरु कृपा करे। इन्नियां को बेनतियां स्वीकार करियो। मैं यतन किया समय च रह के आप संगत दे दर्शन किते, बेअंत भुल्लां होईयां ने जी। आपां प्रैक्टिकल चलीए। मेरी बेनती है, मान लो ये समागम च घरों चले हैं, एक घंटा जो ड्राइव करने, समझ लीए भी इस समागम च मैं बाणी तो बिना दूजी गल कोई नहीं करनी। कार च चलते जांदियां होइयां भुल्लां बख्श देनियां जी। आओ जी, अति सन्मानयोग भाई साहब भाई चमनजीत सिंह जी लाल, उन्हां दे बेटे भी नाल ने, उन्होंने बहुत भावना सहित आप दे दर्शन करने ने। वाहिगुरू जी का खालसा, वाहिगुरू जी की फतेह।